ਚਾਚਰੀ ਛੰਦ ਤਵੈ ਪ੍ਰਸਾਦ। ਰੂਪ ਹੈ ਅਨੂਪ ਹੈ, ਅਜੂ ਹੈ ਅਭੂ ਹੈ। ਅਲੇਖ ਹੈ ਅਭੇਖ ਹੈ, ਅਨਾਮ ਹੈ ਅਕਾਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਚਰੀ ਛੰਦ ਆਰੰਭ ਹੋਇਆ ਹੈ। ਬੋਲਣ ਦਾ ਸਹੀ ਢੰਗ ਹੈ ਚਾਚਰੀ। ਇਹਨੂੰ ਇਕੱਠਾ ਹੀ ਬੋਲਣਾ ਹੈ। ਕਈ ਚਾਚਰੀ ਵੱਖਰਾ ਵੱਖਰਾ ਪੜ੍ਹਦੇ ਹਨ। ਇਕੱਠਾ ਹੀ ਪਾਠ ਬੋਲਣਾ ਹੈ। ਚਾਚਰੀ ਛੰਦ ਤਵੈ ਪ੍ਰਸਾਦ। ਤੱਤੇ ਦੇ ਥੱਲੇ ਵਾਵਾ ਹੈ। ਤੱਤੇ ਔਂਕੜ ਐੜੇ ਦੀ ਅੱਧੇ ਦਲਾਈਆਂ ਦੀ ਆਵਾਜ਼ ਆਉਣੀ ਹੈ। ਤਵੈ ਪ੍ਰਸਾਦ ਬੋਲਣਾ ਹੈ। ਪ੍ਰਸ਼ਾਦ ਬਿੰਦੀ ਲਾ ਕੇ ਨਹੀਂ ਬੋਲਣਾ। ਇਸ ਛੰਦ ਦੀ ਚਾਲ ਜਿਵੇਂ ਗੱਤਕਾ ਖੇਡਣ ਸਮੇਂ ਦੋ ਸਿੰਘ ਇੱਕ ਦੂਜੇ ਦੇ ਉੱਤੇ ਤਲਵਾਰ ਦੇ ਨਾਲ ਵਾਰ ਕਰਦੇ ਹਨ, ਉਸੇ ਤਰ੍ਹਾਂ ਹੀ ਕਿਰਪਾਨ ਦੇ ਵਾਂਗ ਤੇਜ਼ ਰਫ਼ਤਾਰ ਦੇ ਨਾਲ ਇਹ ਚੱਲਣ ਵਾਲਾ ਛੰਦ ਹੈ। ਸੋ ਆਰੰਭ ਹੋ ਰਿਹਾ ਹੈ। ਅਰੂਪ ਹੈ ਅਨੂਪ ਹੈ, ਅਜੂ ਹੈ ਅਭੂ ਹੈ। ਆਪ ਜੀ ਨੇ ਇਸ ਛੰਦ ਦੇ ਵਿੱਚ ਜੋ ਖਾਸ ਗੱਲ ਦਾ ਧਿਆਨ ਰੱਖਣਾ ਹੈ, ਦੋ ਗੱਲਾਂ ਦਾ ਧਿਆਨ ਰੱਖਣਾ ਹੈ। ਪਹਿਲੀ ਇਹ ਹੈ ਕਿ ਜੋ ਅੱਖਰਾਂ ਦੇ ਨਾਲ ਪਹਿਲਾਂ ਐੜਾ ਲੱਗਾ ਹੋਇਆ ਹੈ, ਉਸ ਐੜੇ ਦੀ ਆਵਾਜ਼ ਨੂੰ ਆਪ ਜੀ ਨੇ ਜ਼ਰੂਰ ਬੋਲਣਾ ਹੈ। ਦੂਸਰਾ, ਹਾਹੇ ਦਲਾਈਆਂ ਦੇ ਨਾਲ ਉੱਤੇ ਬਿੰਦੀ ਹੈ। ਇਸ ਬਿੰਦੀ ਦੀ ਆਵਾਜ਼ ਜ਼ਰੂਰ ਕੱਢਣੀ ਹੈ ਨੱਕ ਦੇ ਰਾਹੀਂ। ਹੈਂ ਪਾਠ ਕਰਨਾ ਹੈ। ਜੇ ਬਿੰਦੀ ਨਾ ਹੋਵੇ ਤਾਂ ਪਾਠ ਬਣਦਾ ਹੈ ਬਿੰਦੀ ਲਾਉਣ ਨਾਲ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਅਕਾਲ ਪੁਰਖ ਦੇ ਸਨਮੁਖ ਸਾਹਮਣੇ ਬੈਠ ਕੇ ਹੀ ਅਕਾਲ ਪੁਰਖ ਨੂੰ ਕਹਿ ਰਹੇ ਹੋਣ ਕਿ ਤੂੰ ਵਾਹਿਗੁਰੂ ਅਰੂਪ ਹੈ, ਕਿਉਂਕਿ ਇਹ ਵਰਤਮਾਨ ਨੂੰ ਦਰਸਾਉਂਦਾ ਹੈ। ਇਸ ਕਰਕੇ ਹੈ ਪਾਠ ਦੀ ਵਰਤੋਂ ਕਰਨੀ ਹੈ ਕਿ ਅਰੂਪ ਹੈ। ਐੜੇ ਨੂੰ ਥੋੜ੍ਹਾ ਜਿਹਾ ਸੰਬੰਧਕ ਕਰਕੇ ਅਰੂਪ ਹੈ, ਅਨੂਪ ਹੈ। ਅਗਲਾ ਪਾਠ ਅਜੂ ਨਹੀਂ ਕਹਿ ਦੇਣਾ, ਅਬੂ ਨਹੀਂ ਕਹਿ ਦੇਣਾ। ਅਜੂ ਹੈ, ਅਭੂ ਹੈ। ਅਰੂਪ ਬੋਲ ਕੇ ਫਿਰ ਹੈ ਬੋਲਣਾ ਹੈ ਵੱਖਰਾ। ਅਲੇਖ ਹੈ, ਅਭੇਖ ਹੈ, ਅਨਾਮ ਹੈ, ਅਕਾਮ ਹੈ। ਅਤੇ ਹੈ, ਅਭੇ ਹੈ, ਅਜੀਤ ਹੈ, ਅਭੀਤ ਹੈ। ਐੜਿਆਂ ਦਾ ਧਿਆਨ ਰੱਖਣਾ ਹੈ। ਢੇ ਭੇ ਨਹੀਂ ਕਹਿ ਦੇਣਾ। ਅਤੇ ਅਭੇ ਇਸ ਤਰ੍ਹਾਂ ਪੜ੍ਹਨਾ ਹੈ। ਤ੍ਰਿਮਾਨ ਹੈ, ਨਿਧਾਨ ਹੈ, ਤ੍ਰਿਵਰਗ ਹੈ, ਅਸਰਗ ਹੈ। ਤ੍ਰਿਮਾਨ ਪਾਠ ਪੜ੍ਹਨਾ ਹੈ। ਤੱਤਾ ਰਾਰੇ ਸਿਹਾਰੀ ਮੰਮੇ ਕੰਨਾ ਨੰਨਾ। ਤ੍ਰਿਮਾਨ ਜੋ ਤੱਤੇ ਦੇ ਪੈਰ ਦੇ ਵਿੱਚ ਰਾਰਾ ਹੈ, ਸਿਹਾਰੀ ਰਾਰੇ ਨੂੰ ਲੱਗ ਕੇ ਤ੍ਰਿਮਾਨ ਪਾਠ ਬਣਨਾ ਹੈ। ਜਲਦੀ ਨਾਲ ਪੜ੍ਹਨਾ ਹੈ। ਅਤੇ ਪਾਠ ਪੜ੍ਹਨਾ ਹੈ ਨਿਧਾਨ। ਧੱਦੇ ਦੀ ਆਵਾਜ਼ ਦੇਣੀ ਹੈ। ਪੋਲਾ ਦੱਦੇ ਦੇ ਨਾਲ ਨਹੀਂ ਪੜ੍ਹ ਦੇਣਾ। ਨਿਧਾਨ, ਨਿਧਾਨ। ਇਸੇ ਤਰ੍ਹਾਂ ਹੀ ਤ੍ਰਿਵਰਗ ਹੈ। ਤੱਤਾ ਰਾਰੇ ਸਿਹਾਰੀ ਬੱਬਾ ਰਾਰਾ ਗੱਗਾ ਤ੍ਰਿਵਰਗ। ਅਤੇ ਪਾਠ ਬੋਲਣਾ ਹੈ ਅਸਰਗ। ਐੜੇ ਨੂੰ ਥੋੜ੍ਹਾ ਜਿਹਾ ਸੰਬੰਧਕ ਕਰਕੇ ਬੋਲਣਾ ਹੈ। ਅਸਰਗ ਹੈ, ਅਸਰਗ ਨਹੀਂ ਪਾਠ ਪੜ੍ਹ ਦੇਣਾ। ਅਨੀਲ ਹੈ, ਅਨਾਦ ਹੈ, ਅਜੇ ਹੈ, ਆਜ਼ਾਦ ਹੈ। ਇਹ ਜੋ ਪਾਠ ਹੈ ਅਨਾਦ ਹੈ, ਆਜ਼ਾਦ ਹੈ। ਇਹ ਕਈ ਪੋਥੀਆਂ ਦੇ ਵਿੱਚ, ਸਰੂਪਾਂ ਦੇ ਵਿੱਚ ਦੱਦੇ ਨੂੰ ਸਿਹਾਰੀ ਆਉਂਦੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੇ ਗੁਟਕਾ ਸਾਹਿਬ ਦੇ ਦਰਸ਼ਨ ਕੀਤੇ ਹਨ ਸਿੰਘਾਂ ਨੇ। ਦੱਸਦੇ ਹਨ ਕਿ ਦੱਦੇ ਨੂੰ ਸਿਹਾਰੀ ਨਹੀਂ ਹੈ ਉੱਥੇ, ਨਾ ਅਨਾਦ ਦੇ ਹੈ ਅਤੇ ਨਾ ਹੀ ਆਜ਼ਾਦ ਦੇ ਹੈ। ਸੋ ਕਈ ਗੁਟਕੇ ਸਾਹਿਬਾਂ ਦੇ ਵਿੱਚ ਆਪ ਜੀ ਦੱਦੇ ਨੂੰ ਸਿਹਾਰੀ ਦੇ ਦਰਸ਼ਨ ਕਰਨ ਨੂੰ ਮਿਲਦੇ ਹਨ। ਸੋ ਕਈਆਂ ਵਿੱਚ ਨਹੀਂ ਹੈ।
ਅਜਨਮ ਹੈ, ਅਬਰਨ ਹੈ, ਅਭੂਤ ਹੈ, ਅਭਰਨ ਹੈ। ਪਾਠ ਬੋਲਣਾ ਹੈ ਅਜਨਮ, ਇਹਨੂੰ ਅਜਨਮ ਨਹੀਂ ਪੜ੍ਹ ਦੇਣਾ। ਜਨਮ ਦਾ ਮਤਲਬ ਹੈ ਪੈਦਾ ਹੋਣਾ। ਜਨਮ ਸ਼ਬਦ ਹੈ, ਸਾਹਮਣੇ ਐੜਾ ਲੱਗਿਆ ਹੋਇਆ ਹੈ, ਅਜਨਮ। ਅਬਰਨ, ਅਬਰਨ ਪਾਠ ਨਹੀਂ ਪੜ੍ਹਨਾ। ਅਬਰਨ ਹੈ, ਅਭੂਤ ਹੈ, ਅਭਰਨ ਹੈ। ਐੜਿਆਂ ਨੂੰ ਸੰਬੰਧਕ ਕਰਕੇ ਬੋਲਾਂਗੇ ਤਾਂ ਸ਼ੁੱਧ ਉਚਾਰਨ ਹੋਵੇਗਾ। ਅਗੰਜ ਹੈ, ਅਪੰਜ ਹੈ, ਅਝੂਜ ਹੈ, ਅਝੰਜ ਹੈ। ਪਾਠ ਹੈ ਅਝੂਜ, ਇਹਨੂੰ ਜਿੰਨਾ ਕੱਸ ਕੇ ਬੋਲੋਗੇ ਓਨਾ ਹੀ ਸ਼ੁੱਧ ਪਾਠ ਨਿਕਲੇਗਾ। ਕਿਉਂਕਿ ਜੇ ਪੋਲਾ ਪੜ੍ਹ ਦਿੱਤਾ ਤੇ ਵਿਚਲੇ ਝੱਜੇ ਦੀ ਆਵਾਜ਼ ਤਾਂ ਨਿਕਲ ਆਵੇਗੀ, ਪਿਛੇ ਜੱਜਾ ਲੱਗ ਜਾਵੇਗਾ। ਅਝੂਜ, ਇਹ ਜੱਜਾ ਲੱਗ ਗਿਆ ਪਿਛੇ, ਲੇਕਿਨ ਪਿੱਛੇ ਵੀ ਝੱਜੇ ਦੀ ਆਵਾਜ਼ ਦੇਣ ਵਾਸਤੇ ਇਹਨਾਂ ਦੋਵਾਂ ਸ਼ਬਦਾਂ ਨੂੰ ਕੱਸ ਕੇ ਬੋਲਣਾ ਪਵੇਗਾ। ਅਝੂਜ ਹੈ, ਅਝੰਜ ਹੈ, ਇਹ ਢੰਗ ਹੈ। ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ। ਪਾਠ ਹੈ ਅਤੰਦ, ਇਹ ਵੀ ਕੱਸ ਕੇ ਬੋਲਣਾ ਹੈ ਭਾਰਾ ਕਰਕੇ, ਕਿਉਂਕਿ ਦੋਵੇਂ ਧੱਦੇ ਹਨ। ਦੱਦਾ ਨਾ ਲੱਗ ਜਾਵੇ, ਧਿਆਨ ਰੱਖਣਾ ਹੈ। ਅਬੰਧ, ਇਹ ਵੀ ਕੱਸ ਕੇ ਭਾਰਾ ਕਰਕੇ। ਨਿਰਬੂਜ ਹੈ, ਅਸੂਝ ਹੈ, ਅਕਾਲ ਹੈ, ਅਜਾਲ ਹੈ। ਨਿਰਬੂਜ, ਜਿਵੇਂ ਢੰਗ ਦੱਸਿਆ ਹੈ ਕਿ ਰਾਰਿਆਂ ਨੂੰ ਸਿਹਾਰੀ ਜਲਦੀ ਨਾਲ ਪੁੱਲਣੀ ਹੈ। ਅਸੂਝ, ਇਹ ਵੀ ਕੱਸ ਕੇ ਹੈ। ਅਕਾਲ, ਇਹਨੂੰ ਆ ਕਾਲ ਨਹੀਂ ਪੜ੍ਹ ਜਾਣਾ, ਐੜੇ ਨੂੰ ਕੰਨਾ ਨਹੀਂ ਹੈ। ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ। ਪਾਠ ਬੋਲਣਾ ਹੈ ਅਲਾਹ, ਲੱਲੇ ਦੇ ਕੰਨੇ ਨੂੰ ਲੰਮਾ ਪੜ੍ਹਨਾ ਹੈ ਤੇ ਹਾਹੇ ਦੀ ਆਵਾਜ਼ ਮੁਕਤੇ ਦੀ ਦੇਣੀ ਹੈ। ਅਲਾਹ, ਅਜਾਹ। ਕਈ ਸਿੰਘ ਐੜੇ ਦੇ ਉੱਤੇ ਅੱਧਕ ਲਗਵਾ ਕੇ ਅੱਲਾਹ ਪਾਠ ਕਰਾਉਂਦੇ ਹਨ, ਜਿਵੇਂ ਅੱਲਾ ਕਹਿੰਦੇ ਹਨ ਮੁਸਲਮਾਨ ਵੀਰ। ਸੋ ਇਹ ਦੋਵੇਂ ਢੰਗ ਨਾਲ ਹੀ ਸਹੀ ਹੈ। ਅਲਾਹ ਹੈ, ਅੱਲਾਹ ਹੈ, ਅਰਥ ਕਰਨ ਵਾਸਤੇ ਉਹ ਦੱਸ ਦਿੰਦੇ ਹਨ। ਅਲੀਕ ਹੈ, ਨਿਰਸਰੀਕ ਹੈ, ਨਿਰਲੰਭ ਹੈ, ਅਸੰਭ ਹੈ। ਨਿਰਸਰੀਕ, ਉਹੀ ਢੰਗ ਹੈ। ਨਿਰਸਰੀਕ ਹੈ, ਨਿਰਲੰਭ ਹੈ, ਅਸੰਭ ਹੈ। ਇਹਨਾਂ ਦੋਵਾਂ ਸ਼ਬਦਾਂ ਨੂੰ ਹੀ ਭੱਬੇ ਲੱਗੇ ਹੋਏ ਹਨ, ਇਸ ਕਰਕੇ ਭਾਰਿਆਂ ਦੀ ਆਵਾਜ਼ ਦੇਣੀ ਹੈ। ਅਗੰਮ ਹੈ, ਅਜੰਮ ਹੈ, ਅਭੂਤ ਹੈ, ਅਛੂਤ ਹੈ। ਅਲੋਕ ਹੈ, ਅਸ਼ੋਕ ਹੈ, ਅਕਰਮ ਹੈ, ਅਭਰਮ ਹੈ। ਅਕਰਮ, ਅਭਰਮ, ਇਹ ਜਲਦੀ ਨਾਲ ਪੜ੍ਹਨੇ ਹਨ, ਕਿਉਂਕਿ ਕੱਕੇ ਦੇ ਪੈਰ ਦੇ ਵਿੱਚ ਰਾਰਾ ਹੈ। ਰਾਰਾ ਪੂਰਾ ਨਾ ਬੋਲਿਆ ਜਾਵੇ, ਧਿਆਨ ਰੱਖਣਾ ਹੈ। ਇਸ ਕਰਕੇ ਅੱਧੇ ਰਾਰਿਆਂ ਦੀ ਆਵਾਜ਼ ਹੀ ਬੋਲਣੀ ਹੈ। ਅਜੀਤ ਹੈ, ਅਭੀਤ ਹੈ, ਅਬਾਹ ਹੈ, ਅਗਾਹ ਹੈ। ਫਿਰ ਪਾਠ ਆਇਆ ਹੈ ਅਬਾਹ, ਅਗਾਹ, ਅਬਾਹ, ਅਗਾਹ। ਇਸ ਤਰ੍ਹਾਂ ਨਹੀਂ ਬੋਲਣਾ, ਫਿਰ ਹਾਹਿਆਂ ਨੂੰ ਵੀ ਕੰਨਾ ਲੱਗ ਜਾਵੇਗਾ। ਅਬਾਹ ਹੈ, ਅਗਾਹ ਹੈ। ਫਿਰ ਬੇਨਤੀ ਕਰਾਂ, ਹਾਹੇ ਦੇ ਦਲਾਈਆਂ ਦੇ ਨਾਲ ਬਿੰਦੀ ਦਾ ਜ਼ਰੂਰ ਧਿਆਨ ਰੱਖਣਾ ਹੈ, ਫਿਰ ਹੀ ਪਾਠ ਸ਼ੁੱਧ ਹੋਵੇਗਾ। ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਨਿਧਾਨ ਪਾਠ ਜੋ ਹੈ ਧੱਦੇ ਦੇ ਨਾਲ ਬੋਲਣਾ ਹੈ ਭਾਰਾ ਕਰਕੇ, ਨਿਦਾਨ ਪੋਲਾ ਨਹੀਂ ਪੜ੍ਹ ਦੇਣਾ। ਅਤੇ ਫਿਰ ਏਕ ਹੈ, ਇਹ ਵੱਖਰਾ ਵੱਖਰਾ ਹੈ। ਕਈ ਗੁਟਕੇ ਸਾਹਿਬਾਂ ਦੇ ਵਿੱਚ ਫਿਰੇਕ ਪਾਠ ਲਿਖਿਆ ਹੋਇਆ ਹੈ, ਲੇਕਿਨ ਜੋ ਸ਼ੁੱਧ ਸੰਪਰਦਾਈ ਪਾਠ ਹੈ ਉਹ ਅਲੱਗ ਅਲੱਗ ਹੈ। ਫਿਰ ਏਕ ਹੈ। ਭੁਜੰਗ, ਪ੍ਰਿਆਤ ਛੰਦ। ਭੁਜੰਗ ਤਰੀਕਾ ਦੱਸਿਆ ਸੀ ਬੋਲਣ ਦਾ, ਜੱਜੇ ਦੇ ਨਾਲ ਬੋਲਣਾ ਹੈ। ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ। ਪਾਠ ਹੈ ਸਰਬ, ਪੋਲਾ ਜਾ ਪੜ੍ਹਨਾ ਹੈ, ਇਹਨੂੰ ਸਰਬ ਨਹੀਂ ਕਹਿ ਦੇਣਾ ਭੱਬੇ ਦੇ ਨਾਲ। ਅਤੇ ਪਾਠ ਨੂੰ ਸਮਸਤੀ ਨਹੀਂ ਕਹਿਣਾ, ਸਹੀ ਢੰਗ ਹੈ ਸਮਸਤੀ। ਮੰਮੇ ਉੱਤੇ ਥੋੜ੍ਹੀ ਜਿਹੀ ਅੱਧਕ ਲਗਾ ਕੇ ਬੋਲਣਾ ਹੈ, ਸਮਸਤੀ ਨਿਧਾਨੇ।
ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ। ਪਾਠ ਹੈ ਗਾਉਣੇ ਭਾਉਣੇ, ਇਹਨੂੰ ਗਾਉਣੇ ਭਾਉਣੇ ਨਹੀਂ ਪੜ੍ਹ ਦੇਣਾ। ਊੜਿਆਂ ਦੇ ਥੱਲੇ ਔਂਕੜ ਦੀ ਆਵਾਜ਼ ਜ਼ਰੂਰ ਦੇਣੀ ਹੈ ਅਤੇ ਅਣਾਣਿਆਂ ਦੀ ਆਵਾਜ਼ ਨਿਕਲੇ ਗਾਉਣੇ ਭਾਉਣੇ, ਇਹ ਵੀ ਗਲਤ ਹੈ। ਅਨੰਗੀ ਅਨਾਥੇ, ਨਰਸੰਗੀ ਪ੍ਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ। ਨਿਰਸੰਗੀ ਪ੍ਰਮਾਥੇ, ਇਹ ਵੀ ਜਲਦੀ ਨਾਲ ਪੜ੍ਹਨਾ ਹੈ। ਪ੍ਰਮਾਥੇ ਕਿਉਂਕਿ ਪੈਰ ਦੇ ਵਿੱਚ ਰਾਰਾ ਹੈ। ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ। ਨਮੋ ਚੰਦਰ ਚੰਦਰੇ, ਜਲਦੀ ਨਾਲ ਪੜ੍ਹਨੇ ਹਨ, ਪੈਰ ਦੇ ਵਿੱਚ ਰਾਰੇ ਦੀ ਆਵਾਜ਼ ਹੈ। ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਪਾਨ ਪਾਨੇ, ਨਮੋ ਬਾਦ ਬਾਦੇ। ਨਮੋ ਨਿਰਤ ਨਿਰਤੇ, ਕਈ ਪੋਥੀਆਂ ਗੁਟਕੇ ਸਾਹਿਬਾਂ ਦੇ ਵਿੱਚ ਇਹ ਪਾਠ ਪੂਰੇ ਰਾਰੇ ਨਾਲ ਹੈ ਅਤੇ ਕਈਆਂ ਨੇ ਨੰਨੇ ਦੇ ਪੈਰ ਦੇ ਵਿੱਚ ਰਾਰਾ ਦਿੱਤਾ ਹੋਇਆ ਹੈ, ਛਾਪਿਆ ਹੈ। ਇਸ ਕਰਕੇ ਜਦੋਂ ਪੈਰ ਦੇ ਵਿੱਚ ਆਵੇ ਤਾਂ ਪਾਠ ਬਣਨਾ ਹੈ ਨ੍ਰਿਤ ਨ੍ਰਿਤੇ, ਅਤੇ ਜਦੋਂ ਪੂਰਾ ਰਾਰਾ ਆਵੇ ਤਾਂ ਫਿਰ ਨਿਰਤ ਨਿਰਤੇ ਪਾਠ ਪੜ੍ਹਨਾ ਹੈ। ਅਨੰਗੀ ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਾਥੇ, ਸਮਸਤੀ ਵਿਭੂਤੇ। ਪਾਠ ਸਮਸਤੀ ਬੋਲਣਾ ਹੈ, ਪ੍ਰਭੰਗੀ ਬੋਲਣਾ ਹੈ, ਭੱਬੇ ਦੀ ਆਵਾਜ਼, ਅਤੇ ਵਿਭੂਤੇ। ਕਲੰਕੰ ਬਿਨਾ ਨੇਕ ਲੰਕੀ ਸਰੂਪੇ, ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ। ਪਾਠ ਬੋਲਣਾ ਹੈ ਕਲੰਕੰ, ਲੱਲੇ ਉੱਤੇ ਵੀ ਟਿੱਪੀ ਹੈ ਅਤੇ ਕੱਕੇ ਉੱਤੇ ਵੀ ਟਿੱਪੀ ਹੈ। ਕਲੰਕੰ। ਨੇਕ ਲੰਕੀ, ਨੰਨੇ ਨੂੰ ਥੋੜ੍ਹਾ ਲੰਮਾ ਬੋਲਣਾ ਹੈ। ਨੇਕ ਲੰਕੀ ਇਕੱਠਾ ਪਾਠ ਹੈ। ਸਰੂਪੇ, ਨਮੋ ਰਾਜ ਰਾਜੇਸ਼ਵਰੰ, ਸੱਸੇ ਦੇ ਪੈਰ ਦੇ ਵਿੱਚ ਵਾਵਾ ਹੈ, ਰਾਰੇ ਉੱਤੇ ਟਿੱਪੀ ਹੈ। ਲਿਖਤੀ ਰੂਪ ਵਿੱਚ ਸਮਝਣ ਵਾਸਤੇ ਰਾਰੇ ਕੰਨਾ ਜੱਜੇ ਲਾਂ ਸੱਸੇ ਔਂਕੜ ਐੜਾ ਰਾਰੇ ਟਿੱਪੀ ਸਵਰੰ। ਇਸ ਢੰਗ ਦੇ ਨਾਲ ਬੋਲਾਂਗੇ ਤਾਂ ਸੱਸੇ ਦੇ ਪੈਰ ਦੇ ਵਿੱਚ ਲੱਗਾ ਹੋਇਆ ਵਾਵੇ ਦੀ ਆਵਾਜ਼ ਅਤੇ ਰਾਰੇ ਦੇ ਕੰਨੇ ਦੀ ਆਵਾਜ਼ ਨਿਕਲੇਗੀ ਸਵਰੰ। ਜਲਦੀ ਨਾਲ ਪੜ੍ਹਨਾ ਹੈ ਰਾਜੇਸ਼ਵਰੰ ਪਰਮ ਰੂਪੇ। ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ। ਪਾਠ ਆਇਆ ਹੈ ਜੋਗੇਸ਼ਵਰੰ, ਇਹ ਵੀ ਉਹੀ ਢੰਗ ਹੈ। ਜੱਜੇ ਹੋੜਾ, ਗੱਗੇ ਲਾਂ ਸੱਸੇ ਔਂਕੜ ਐੜਾ ਰਾਰੇ ਟਿੱਪੀ ਜੋਗੇਸ਼ਵਰੰ ਪਰਮ ਸਿੱਧੇ। ਸੱਸੇ ਦੇ ਉੱਤੇ ਅੱਧਕ ਨਾਲ ਸਿਹਾਰੀ ਹੈ, ਸੱਸੇ ਨੂੰ ਸਿੱਧੇ ਪਾਠ ਬੋਲਣਾ ਹੈ ਧੱਦੇ ਦੀ ਆਵਾਜ਼ ਦੇ ਨਾਲ। ਰਾਜੇਸ਼ਵਰੰ ਪਰਮ ਬ੍ਰਿਧੇ, ਬੱਬਾ ਰਾਰੇ ਸਿਹਾਰੀ ਉੱਤੇ ਅੱਧਕ ਧੱਦੇ ਲਾਂ ਬ੍ਰਿਧੇ। ਇਹਨੂੰ ਬਿਰਦੇ ਪਾਠ ਨਹੀਂ ਪੜ੍ਹ ਦੇਣਾ, ਬ੍ਰਿਧੇ ਰਾਰੇ ਨੂੰ ਸਿਹਾਰੀ ਲਾ ਕੇ ਬੋਲਣਾ ਹੈ। ਹੁਣ ਕਈ ਗੁਟਕੇ ਸਾਹਿਬਾਂ ਦੇ ਵਿੱਚ ਇਹ ਅੱਧਕ ਲੱਗੀ ਹੋਈ ਹੈ ਅਤੇ ਕਈਆਂ 'ਚ ਨਹੀਂ ਲਾਈ ਹੋਈ, ਇਸ ਕਰਕੇ ਉਚਾਰਨ ਇੱਕੋ ਹੀ ਹੈ ਬ੍ਰਿਧੇ। ਕਲੰਕੰ ਬਿਨਾ ਨੇਕ ਲੰਕੀ ਸਰੂਪੇ, ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ, ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।